अमरदास पाद बंद रामदास अर्जुन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणक भगत बैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन सिखन को बंदना सिर चरणन पर धार एक ओंकारा सतगुरु ते प्रसाद सच होए वाहिगुरु जी की फतेह है विघ्न बनासन सोए। वाहिगुरु जी का खालसा वाहिगुरु जी की फतेह। गुरु रूप गुरु खालसा सत संगत जी विद्वानां के मुताबिक अध्यात्म ग्रंथां के मुताबिक इस संसार की तशबीह एक सराह नाल कीती है सराह नाल। और धन गुरु तेग बहादुर पातशाह महाराज के पावन शब्द आप पढ़ते हैं बाल जवानी और बिरध फुन तीन अवस्था जान जिवें सराह विच तीन दिन मुसाफर ने रात कट्टी चलदा बनिया इसे तरह गुरमुखों को जवानी विच तुर गया को बचपन में तुर गया को बुढ़ापे में तुर गया। इस संसार का एक खेल है। गुरमुखो सराम विच मुसाफर आए तो चले गए पर एक मुसाफर आया उन्हें चौकीदार कोलों चाबी लई कमरे नूं साफ करन दी बजाए बाहरों को बाजार चों लिया करके पकवान खादा छिल्लां सुट दित्तियां। जान तो बाद चौकीदार कहन लगा मैनू जापदा भी कमरे विच पशु रहा है सी मनुख लेकिन चौकीदार नूं पशु कहना पिया जिवें आपां भी गुरु की बाणी च पढ़दे हैं करतूत पशु की मानस जात। आदमी चला गया नवा मुसाफर आया चौकीदार कोलों चाबियां लईयां दरवाजा खोलिया ते बेनती की मित्रा मैनू झाड़ू दे अगर जे बाल्टी देवें तेरी मेहरबानी। झाड़ू मार के कमरे नूं धोता और थोड़ी बहुत ही सुगंधी छिड़के बंदा चला गया ते मुसाफर दे जाण तो बाद चौकीदार कहन लगा मैनू जापदा भी कमरे विच देवता आया। वेखण नूं दोवें मनुख सन लेकिन एक दी तुलना पशु नाल कीती गई ते एक दी देवते नाल। इस तरह गुरमुखोड़ा संसार है ना जिन्होंने आप दुनिया कहने ये दो पक्ष ने एक बुरा एक भला
ਇੱਕ ਦੇਵਤਾ ਇੱਕ ਦੈਂਤ। ਇਸੇ ਪ੍ਰਕਾਰ ਰਾਮ ਤੇ ਰਾਵਣ, ਕ੍ਰਿਸ਼ਨ ਤੇ ਕੰਸ। ਕ੍ਰਿਸ਼ਨ ਜੀ ਦੀ ਪੂਜਾ ਤੇ ਰਾਮ ਦੀ ਪੂਜਾ, ਪਰ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ। ਭਾਵ ਜੋ ਕੁਝ ਸੰਸਾਰ ਵਿੱਚ ਕਰ ਗਏ ਉਹਨਾਂ ਨੂੰ ਦੁਨੀਆ ਚੇਤੇ ਕਰਦੀ, ਤੇ ਜਿਨ੍ਹਾਂ ਕੀਤਾ ਕੱਖ ਨਹੀਂ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਵਿਦਵਾਨ ਵੀਰਾਂ ਦੇ ਬੋਲ ਨੇ, ਭਲੇ ਪੁਰਸ਼ਾਂ ਦਾ ਗਾਉਂਦੀ ਏ ਜਸ ਹੁੰਦੀਆਂ, ਫਿੜਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਆਪਾਂ ਜਿਸ ਗੁਰੂ ਕੇ ਲਾਲ ਨੂੰ ਚੇਤੇ ਕਰ ਰਹੇ ਹਾਂ, ਗੁਰੂ ਨਹੀਂ ਸੀ। ਹੁਣੇ ਹੀ ਗੁਰੂ ਕੇ ਰਾਗੀ ਸਿੰਘ ਸ਼ਬਦ ਪੜ੍ਹ ਕੇ ਗਏ ਨੇ, ਗੁਣਵੰਤੀ ਮਹੱਲਾ ਪੰਜਵਾ। ਸ਼ਬਦ ਦੀ ਆਰੰਭ ਦੀ ਪੰਕਤੀ, ਜੋ ਦੀਸੇ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਔਰ ਇਹਦੀ ਅਖੀਰਲੀ ਪੰਕਤੀ ਸੀ, ਜੋ ਗੁਰ ਦੀਸੇ ਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਜਿਹੜਾ ਗੁਰੂ ਦੀ ਸਿੱਖਿਆ ਤੇ ਖਲੋਤਾ ਹੈ, ਮੈਂ ਉਹਦੇ ਪੈਰੀਂ ਪੈਂਦਾ ਹਾਂ। ਜਿਸ ਗੁਰੂ ਕੇ ਲਾਲ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ ਆਪਾਂ ਚੇਤੇ ਕਰ ਰਹੇ ਹਾਂ ਨਾ, ਉਸ ਗੁਰੂ ਕੇ ਲਾਲ ਨੇ ਆਪਣੇ ਜੀਵਨ ਪਰਯੰਤ ਗੁਰੂ ਦੀ ਸਿੱਖਿਆ ਦੇ ਪਹਿਰਾ ਦਿੱਤਾ। ਭਾਵੇਂ ਉਹ ਪੰਜ ਭੂਤਕ ਸਰੀਰ ਕਰਕੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਵਸੀਆਂ, ਕਿਉਂਕਿ ਉਹ ਕੁਝ ਕਰਕੇ ਗਏ। ਉਸ ਗੁਰੂ ਕੇ ਲਾਲ ਦਾ ਜਨਮ ਅੱਜ ਤੋਂ 300 ਸਾਲ ਪਹਿਲਾਂ ਆਲੂ ਨਗਰ ਵਿੱਚ 3 ਮਈ 1718 ਨੂੰ ਬਾਬਾ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਤੋਂ ਗੁਰੂ ਕੇ ਲਾਲ ਦਾ ਜਨਮ ਹੋਇਆ। ਦੁਨੀਆ ਵਿੱਚ ਕਈ ਆਏ, ਕਈ ਚਲੇ ਗਏ, ਲੇਕਿਨ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਆਪਣੀ ਕੌਮ ਧਰਮ ਤੇ ਦੇਸ਼ ਲਈ ਕੁਝ ਕੀਤਾ ਹੈ, ਕੌਮਾਂ ਉਹਨਾਂ ਨੂੰ ਯਾਦ ਕਰਦੀਆਂ ਨੇ। ਵਾਹਿਗੁਰੂ ਦਾ ਹੁਕਮ ਅਟਲ ਹੈ, ਹਰੀ ਨਾਇਨ ਡੱਡਰੀ ਪੱਕੀ ਵੱਢਣਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਜਾਂ ਹੋਆ ਹੁਕਮ ਕਰਸਾਨ ਦਾ ਤਾਂ ਲੁਣ ਮਿਲਿਆ ਖਿਤਾਰ। ਬਾਬਾ ਜੱਸਾ ਸਿੰਘ ਆਹਲੂਵਾਲੀਏ ਦੀ ਉਮਰ ਅਜੇ ਛੋਟੀ ਹੈ, 5 ਸਾਲ ਦੀ। ਇਹਨਾਂ ਦੇ ਪਿਤਾ ਦਾ ਸਾਇਆ ਇਹਨਾਂ ਦੇ ਸਿਰ ਤੋਂ ਉੱਠ ਗਿਆ। ਯਾਦ ਰੱਖਣਾ, ਜਿਹੜੀ ਕੌਮ ਦੀ ਮਾਂ ਮਹਾਨ ਹੈ, ਉਹ ਕੌਮ ਨੂੰ ਕੋਈ ਖਤਰਾ ਨਹੀਂ। ਤੇ ਜਿਹੜੀ ਕੌਮ ਵਿੱਚ ਮਾਵਾਂ ਕਮਜ਼ੋਰ ਨੇ, ਉਹ ਕੌਮ ਅੱਜ ਵੀ ਗਈ ਤੇ ਕੱਲ ਵੀ ਗਈ। ਮੇਰੇ ਕੋਲ ਸਮਾਂ ਨਹੀਂ ਕਿ ਮੈਂ ਇਸ ਪੱਖ ਦਾ ਖੁਲਾਸਾ ਕਰਾਂ। ਅਸੀਂ ਗੁਰੂ ਕੇ ਸਿੱਖ ਹਾਂ, ਔਰ ਸਾਡੇ ਵਾਸਤੇ ਗੁਰੂ ਸਾਹਿਬਾਨਾਂ ਤੋਂ ਵੱਡੀ ਕੋਈ ਸ਼ਕਤੀ ਨਹੀਂ। ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਪੂਤਾ ਮਾਤਾ ਕੀ ਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਮੇਰੇ ਕਰਮ ਅਤ ਚੰਗੇ, ਮੈਨੂੰ ਮਾਂ ਭਾਨੀ ਜੀ ਵਰਗੀ ਮਾਂ ਮਿਲੀ। ਮੇਰੀ ਮਾਤਾ ਭਾਨੀ ਜੀ ਨੇ ਮੈਨੂੰ ਵਾਰ-ਵਾਰ ਸਿਰ ਪਲੋਸ ਕੇ ਕਹਿਣਾ, ਪੁੱਤਰ ਤੈਨੂੰ ਵਾਹਿਗੁਰੂ ਦਾ ਨਾਮ ਨਾ ਭੁੱਲੇ। ਔਰ ਗੁਰੂ ਪੰਚਮ ਪਾਤਸ਼ਾਹ ਗੁਰੂ ਕੀ ਬਾਣੀ 'ਚ ਕਹਿੰਦੇ ਨੇ, ਉਸ ਮਾਂ ਦੀਆਂ ਰਹਿਮਤਾਂ, ਉਸ ਮਾਂ ਦੀਆਂ ਅਸੀਸਾਂ, ਉਸ ਮਾਂ ਦੀ ਸਿੱਖਿਆ ਨੇ ਮੈਨੂੰ ਇੱਥੋਂ ਤੱਕ ਪਹੁੰਚਾਉਣਾ ਕੀਤਾ। ਮਾਂ ਇੰਨੀ ਮਹਾਨ ਹੈ। ਅਨੇਕਾਂ ਪ੍ਰਸੰਗ ਨੇ ਸਾਡੇ ਇਤਿਹਾਸ ਵਿੱਚ। ਅਸੀਂ ਧਰੂ ਦਾ ਇਤਿਹਾਸ ਪੜ੍ਹਦੇ ਹਾਂ, ਇਸੇ ਪ੍ਰਕਾਰ ਹੋਰ ਮਹਾਂਪੁਰਸ਼ਾਂ ਦਾ, ਜਿਵੇਂ ਬਾਬੇ ਫਰੀਦ ਦਾ ਇਤਿਹਾਸ ਪੜ੍ਹਦੇ ਹਾਂ ਕਿ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤਰ ਨੂੰ 5 ਸਾਲ ਦੀ ਉਮਰ ਦੇ ਵਿੱਚ ਨਮਾਜ਼ ਨਾਲ ਜੋੜ ਦਿੱਤਾ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ,
सानू 60 साल की उम्र तक जपजी साहब मूँह जबानी नहीं आता। हुण तां इन्ना दुखांत आ गया है, आपां कीर्तन कर लगे भी अगे मोबाइल रख के ते उत्तों नकल मार के कीर्तन करते हैं। साडे वडेरियां दे वचन सन, पैसा गंठ बाणी कंठ। मैं पासे ना जावां, इस गुरु के लाल बाबा जस्सा सिंह की सत्कारयोग माता माता जीवन कौर गुरु की बाणी नाल रंगी हुई आत्मा सी। गुरु की बाणी नाल रंगी हुई आत्मा। आपां गुरु की बाणी च पढ़ते हैं, जां को मुश्किल अत बने ढोई कोई ना दे, लागू होए दुश्मना साग पी पज खले, सबो भजे आसरा चूके सब असराओ, चेत आवे उस पार ब्रह्म लगे न तती वाओ। जदों आत संकट का समा होवे, गुरु के सिखा जे तेनू उस मौके भी गुरु परमेश्वर चेते आ जाए, तेनू तत्ती वाह नहीं लगेगी। पर वाहिगुरू कृपा करे ढो चंगा बने। बाबा जस्सा सिंह आलूवाड़िए दे सत्कारयोग माता माता जीवन कौर अपने वीर भाग सिंह दे नाल लै करके ऐस दिल्ली नगर विच आए। जदों इतिहास दे नाल दिल्ली दे पक्ष नूं विचारीदा है ना, जिवें दिल दी धड़कन है, दिल हिलदा रहिंदा है, इस प्रकार दिल्ली ने कदे कई हरकतां कीतियां, कई हरकतां कीतियां। कदे इस दिल्ली ने धन गुरु तेग बहादुर पातशाह महाराज ते जुल्म भरी तलवार चलाई। कदे इस दिल्ली ने भाई दयालदास वर्गे महापुरुषां नूं देग विच उबालिया। कदे इस दिल्ली ने भाई मती दास वर्गे गुरु के हीरियां नूं आरे नाल चीरिया। कदे सती दास नूं रूह नाल लपेट करके साड़िया। पर दिल्ली भुल्ली ना, इन्हें 84 विच रूह नहीं मिली ते गुरु के सिखां नूं टैरां नाल साड़िया। दिल्लीए पता नहीं तेरे मन विच गुरु घर दे प्रति इन्नी नफरत क्यों है। पर जदों दिल्ली प्यार विच आई, उदों 8वें पातशाह ने चरण पाए, इस दिल्ली दे रोगां नूं दूर किया। समा अपनी चाल चलदा है। इस दिल्ली में साडे सत्कारयोग माता सुंदर कौर दा निवास है। गुरु के सिख माई भाइयों ने रज रज के सेवा की। सरदार जस्सा सिंह आलूवाड़िए दी माता जी अपने लाडले नूं नाल लै करके अपने वीर दे नाल माता जी के चरणों में पहुंचे। अपना अपने बच्चे का सिर माता सुंदर कौर के चरणों च रखिया। अज कुदरती तौर पर गुरमुखी वीरवार का दिन है। साडा सिर केवल ते केवल गुरु के चरणों अगे झुकना चाहिए। पर गल कहंदियां मन नूं खेद हुंदा है, अज कई पग्गां वाले जाके वीरवार कबरां ते मत्था टेकते हैं। गुरु किते उन्हां दी रहमतां करे, उन्हां नूं कलगीधर पातशाह महाराज दे शब्द चेते आउण, जागत जोत जपे निसबासर, एक बिना मन नैक नाने, पूर्ण प्रेम प्रतीत सजे ब्रत गोर मड़ी मट, भूल न माने। भुल के भी नहीं बनना। माता जीवन कौर जी कीर्तन करते ने, याद रखना आपां पढ़दे हैं चंदन निगट सब चंदन होइया। कबीर चंदन का बिरवा भला, बेड़ियो ढाक पलास, ओए भी चंदन हो रहा है, बसे जो चंदन पास।
ਇਸੇ ਤਰ੍ਹਾਂ ਜਿਵੇਂ ਚੰਦਨ ਦੇ ਕੋਲ ਬਾਕੀ ਦੇ ਬੂਟੇ ਚੰਦਨ ਹੋ ਜਾਂਦੇ ਨੇ, ਉਹ ਗੁਰੂ ਕਾ ਲਾਲ ਆਪਣੀ ਅੰਮੀ ਨਾਲ ਮਿਲ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਕੀਰਤਨ ਕਰਦਾ। ਸਮਾਂ ਆਪਣੀ ਚਾਲ ਚੱਲਿਆ। ਇੱਕ ਦਿਨ ਨਹੀਂ, 2 ਦਿਨ ਨਹੀਂ, ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਅਸੀਂ ਕੀਰਤਨ ਕਰਨ ਤੋਂ ਪਹਿਲਾਂ ਠੇਕਾ ਕਰਦੇ ਵੀ ਕੀਰਤਨ ਕਰਨ ਦੇ ਕਿੰਨੇ ਦਿਓਗੇ। ਅੱਜ ਕਥਾ ਕਰਨ ਤੋਂ ਪਹਿਲਾਂ ਮੁੱਲ ਟੁਕਿਆ ਜਾਂਦਾ ਵੀ ਇੰਨਾ ਚਿਰ ਬੋਲਾਂਗੇ ਤੇ ਕੀ ਦਿਓਗੇ। ਕਿਤੇ ਸਾਡੇ ਅੰਦਰ ਇਹ ਪੰਕਤੀਆਂ ਵਸ ਜਾਣ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕੀਰਤਨ ਕੀਤਾ ਭਾਈ ਮਰਦਾਨਾ ਜੀ ਨੇ। ਬਾਬੇ ਨਾਨਕ ਦਾ ਨਾਮ ਲੈਂਦਿਆਂ ਮਰਦਾਨੇ ਦਾ ਨਾਮ ਨਾਲ ਆਵੇਗਾ ਕਿ ਉਹਨੇ ਗੁਰੂ ਕੀ ਰਹਿਮਤ ਲਈ ਕੀਰਤਨ ਕੀਤਾ। 7 ਸਾਲ ਕੀਰਤਨ ਕੀਤਾ ਹੈ। ਮਾਤਾ ਜੀਵਨ ਕੌਰ ਜੀ ਨੇ, ਨਾਲ ਹੀ ਲਾਡਲਾ ਬੇਟਾ ਭਾਈ ਜੱਸਾ ਸਿੰਘ ਆਖਰਕਾਰ ਸੇਵਾ ਨੂੰ ਫੜ ਲੱਗਾ। ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ, ਕੇਸੋ ਕੇਸੋ ਕੂਕੀਆ ਨਾ सोइए आसार, रात दिवस के कूकने कबहू के सुने पुकार। मित्रा आवाज मारी चल, कदे ना कदे आवाज पहुंच जाएगी। सेवा नूं फड़ लगा। 1 साल नहीं, 2 साल नहीं, 7 साल निष्काम सेवा की। माता सुंदर कौर ने बाबा जस्सा सिंह का सिर पलोसिया, मत्था चुमिया। श्री साहब ढाल, तीर, पत्था, तंश वगैरह नाल विशेष तौर पर सन्मान दिता ते कहन लगे, धीए हुण पंजाब नूं जाओ। माता जिउण कौर दा मन भरिया, ਅੱਖਾਂ ਵਿੱਚ ਵਿਰਾਗ ਦੇ ਜਲ ਆਇਆ। ਕਹਿੰਦੇ ਮਾਂ, ਪੁੱਤ ਭਾਵੇਂ ਕਪੋਤ ਹੋਣ ਪਰ ਮਾਪੇ ਕਮਾਪੇ ਨਹੀਂ ਹੁੰਦੇ। ਇਹ ਆਪਣੀ ਪੰਜਾਬੀ ਬੋਲੀ ਦਾ ਸ਼ਬਦ ਹੈ, ਕਹਾਵਤ ਹੈ। ਪੁੱਤ ਬੇਸ਼ੱਕ ਪੁੱਤ ਹੋ ਜਾਣ ਪਰ ਮਾਪੇ ਕਮਾਪੇ ਨਹੀਂ ਹੁੰਦੇ। ਮਾਤਾ ਜਿਉਣ ਕੌਰ ਨੇ ਆਖਿਆ, ਅੰਮਾ ਬੜੀ ਆਸ ਕਰਕੇ ਆਏ ਸਾਂ ਤੁਹਾਡੇ ਚਰਨਾਂ 'ਚ, ਤੁਸੀਂ ਕਹਿੰਦੇ ਚਲੇ ਜਾਓ। ਇਹ ਯਤੀਮ ਦਾ ਕੀ ਬਣੇਗਾ। ਤੇ ਮਾਤਾ ਸੁੰਦਰ ਕੌਰ ਨੇ, ਸੁੰਦਰ ਕੌਰ ਜੀ ਨੇ ਮਾਫੀ ਦੇਣੀ, ਸਤਿਕਾਰ ਕਰਨਾ ਬਣਦਾ ਹੈ। ਮਾਤਾ ਸੁੰਦਰ ਕੌਰ ਜੀ ਨੇ ਘੁੱਟ ਕੇ ਜੱਫੀ ਪਾਈ, ਆਪਣੀ ਗੋਦੀ 'ਚ ਲਿਆ। ਕਹਿਣ ਲੱਗੇ, ਧੀਏ ਤੂੰ ਕਹਿੰਦੀ ਬੱਚੇ ਦਾ ਕੀ ਬਣੇਗਾ, ਇਹਨੇ ਕੌਮ ਦਾ ਸੁਲਤਾਨ ਬਣਨਾ ਹੈ। ਮਾਤਾ ਜੀ ਦੀ ਬਚਨਾਂ ਵਿੱਚ ਇੰਨੀ ਸੱਤਿਆ, ਇੰਨਾ ਬਲ ਹੈ। ਕਹਿਣ ਲੱਗੇ, ਧੀਏ ਮਨ ਭਰਨਾ, ਤੂੰ ਭਾਗਾਂ ਵਾਲੀ ਮਾਂ ਹੈ ਜਿਹਨੇ ਆਪਣੇ ਬੱਚੇ ਨੂੰ ਕੀਰਤਨ ਦੀ ਗੁੜਤੀ ਦਿੱਤੀ। ਹੁਣੇ ਹੀ ਰਾਣਾ ਜੀ ਕਹਿ ਕੇ ਗਏ ਨੇ ਵੀ ਅੱਜ ਸਾਡੀਆਂ ਮਾਵਾਂ ਇਸ ਪਾਸੇ ਵੱਲ ਸੁਚੇਤ ਨਹੀਂ। ਇੱਕ ਜ਼ਮਾਨਾ ਸੀ, ਮੈਨੂੰ ਆਪਣਾ ਬਚਪਨ ਚੇਤਾ, ਸਾਡੇ ਮੌਕੇ ਮਾਵਾਂ ਮੀਡੀਆਂ ਕਰਦੀਆਂ ਸਨ ਬੱਚੇ ਦੇ ਕੇਸਾਂ ਦੀਆਂ, ਮੇਰੇ ਪੁੱਤ ਦੇ ਕੇਸ ਛੇਤੀ ਵੱਡੇ ਹੋਣ, ਮੀਡੀਆਂ ਕਰਨੀਆਂ। ਅੱਜ ਮਾਂ ਕੋਲ ਟਾਈਮ ਨਹੀਂ, ਅੱਜ ਬਾਪ ਕੋਲ ਟਾਈਮ ਨਹੀਂ ਵੀ ਆਪਣੇ ਪੁੱਤਰ ਦੇ ਸਿਰ ਤੇ ਦਸਤਾਰ ਸਜਾਵੇ। ਜਿਹੜੀ ਦਸਤਾਰ ਬਾਰੇ ਗੁਰਮੁਖ ਪਿਆਰੇ ਕਹਿ ਕੇ ਗਏ ਨੇ, ਅਖਬਾਰਾਂ ਵਿੱਚ ਚਰਚਾ ਹੈ। 2 ਤਖਤ ਨੇ ਗੁਰਮੁਖੋ, ਇੱਕ ਦਿੱਲੀ ਦਾ ਤਖਤ ਤੇ ਇੱਕ ਅਕਾਲ ਤਖਤ। ਕਦੇ ਦਿੱਲੀ ਦਾ ਤਖਤ ਕਹਿੰਦਾ ਸੀ, ਮੈਂ ਪੱਗ ਨਹੀਂ ਬੰਨਣ ਦੇਣੀ ਗੈਰ ਮੁਸਲਮਾਨ ਨੂੰ, ਮੈਂ ਕਿਸੇ ਨੂੰ ਘੋੜੇ ਤੇ ਚੜ੍ਹਨ ਨਹੀਂ ਦੇਣਾ, ਮੈਂ ਕਿਸੇ ਨੂੰ ਸ਼ਾਸਤਰ ਨਹੀਂ ਪਹਿਨਣ ਦੇਣੇ। ਤੇ ਗੁਰੂ ਪਿਆਰਿਓ, ਉਸ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਖਿਆ ਸੀ,
ਤੁਸੀਂ ਕਹਿੰਦੇ ਪੱਗ ਨਹੀਂ ਬੰਨਣ ਦੇਣੀ, ਅਸੀਂ 2 ਦਸਤਾਰਾਂ ਸਜਾਵਾਂਗੇ। ਜਿਹੜੇ ਆਪਾਂ ਅੰਮ੍ਰਿਤਧਾਰੀ 2 ਦਸਤਾਰਾਂ ਬੰਨਦੇ, ਫੈਸ਼ਨ ਨਹੀਂ, ਇਹ ਵਿਖਾਵਾ ਨਹੀਂ, ਇਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਹੈ। ਇਹ ਕਹਿੰਦੇ ਸਨ ਦਸਤਾਰ ਨਹੀਂ ਬੰਨਣ ਦੇਣੀ, ਤੇ ਮੇਰੇ ਗੁਰਦੇਵ ਨੇ ਕਿਹਾ ਅਸੀਂ ਦਸਤਾਰਾਂ 2-2 ਸਜਾਵਾਂਗੇ। ਆ ਕਈਆਂ ਨੇ 2.5 ਮੀਟਰ ਕੱਪੜਾ ਬੱਧਾ ਹੁੰਦਾ ਹੈ, ਬੜੇ ਦੁੱਖ ਤੇ ਸ਼ਰਮ ਨਾਲ ਕਹਿਣਾ ਪੈਂਦਾ, ਕਈਆਂ ਦਾ ਪੌਣਾ ਮੀਟਰ ਦਾ, ਮਾਫ ਕਰਨਾ, ਅੱਧੇ ਮੀਟਰ ਦਾ ਪੌਣਾ, ਤੇ ਨਾਲ ਤਣੀਆਂ ਲਾਈਆਂ ਹੋਣਗੀਆਂ, ਤਣੀਆਂ। ਇਹ ਨਵੀਂ ਫਲਸਫੀ ਪਤਾ ਨਹੀਂ ਕਿੱਥੋਂ ਆ ਗਈ। ਪੈਂਟਾਂ ਦਾ ਮਹਿੰਗਾ ਕੱਪੜਾ, ਜੀਨਾ ਪਾਉਣ ਲਈ ਪੈਸੇ ਆਏ ਨੇ, ਬਾਕੀ ਅਜਕਨਾਂ ਵਾਸਤੇ ਬੜਾ ਕੁਝ ਹੈ, ਪਰ ਪੱਗ ਲਈ ਸਰਫਾ ਕਿਉਂ? ਅਸੀਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਸਾਬਤ ਸੂਰਤ ਦਸਤਾਰ ਸਿਰਾ। ਇਹਦੇ ਮੈਂ ਦਮਦਮੀ ਸਾਲ ਵਿੱਚ ਅਰਥ ਪੜ੍ਹੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ। ਦਸਤਾਰ ਉਹ ਹੈ ਜਿਹਦੇ 10 ਪੇਚ ਹੋਣ, 10 ਪੇਚ। ਆਪਾਂ ਤਾਂ 2.5 ਮੀਟਰ ਨਾਲ ਸਾਰਨ ਲੱਗ ਪਏ ਆ। ਇਹ ਕਹਿੰਦੇ ਸ਼ਾਸਤਰ ਨਹੀਂ ਪਹਿਨਣ ਦੇਣਾ, ਦਿੱਲੀ ਦਾ ਤਖਤ ਕਹਿੰਦਾ ਹੈ, ਅਕਾਲ ਤਖਤ ਕਹਿੰਦਾ ਕਿ ਇਹ ਗੱਲਾਂ ਬਾਅਦ ਵਿੱਚ ਕਰਾਂਗੇ, ਮੈਂ 2 ਪਹਿਨਣ ਲੱਗਾ ਜੇ ਮੀਰੀ ਤੇ ਪੀਰੀ ਦੀਆਂ। ਤੁਸੀਂ ਕਹਿੰਦੇ ਘੋੜੇ ਤੇ ਨਹੀਂ ਚੜ੍ਹਨ ਦੇਣਾ। ਜਿਹਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ, ਉਹ ਗੁਰੂ ਘਰ ਨੂੰ ਘੋੜੇ ਪੇਟ ਦੇਵੇ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੇ ਕਾਨੂੰਨ ਨੂੰ ਸਮਝਣ ਵਾਲੇ, ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਪੱਗ ਦੀ ਇੰਪੋਰਟੈਂਸ ਕੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਖਾਏ। 2 ਦੁਨੀਆ ਦੀਆਂ ਜੰਗਾਂ ਹੋਈਆਂ ਨੇ, ਸਾਡੇ ਵਡੇਰੇ ਗੁਰਸਿੱਖਾਂ ਨੇ ਆਪਣੇ ਸਿਰ ਤੇ ਹੈਟ ਨਹੀਂ ਪਾਇਆ। ਕਹਿੰਦੇ ਸਾਡੀ ਗੁਰੂ ਰੱਖਿਆ ਕਰੇਗਾ, ਅਸੀਂ ਦਸਤਾਰ ਸਜਾਵਾਂਗੇ। ਉਹਨਾਂ 2 ਜੰਗਾਂ ਦਾ ਵੇਰਵਾ ਪੜੋ ਗੁਰਮੁਖ ਪਿਆਰੋ, ਕਿਸੇ ਸਿੱਖ ਦੇ ਦਸਤਾਰ ਤੇ ਗੋਲੀ ਨਹੀਂ ਵੱਜੀ। ਜਿਹੜਾ ਗੁਰੂ ਦਾ ਹੋ ਜਾਏ ਨਾ, ਗੁਰੂ ਉਹਦੀ ਪੱਤ ਰੱਖਦਾ ਹੈ। ਆਪਾਂ ਪੜ੍ਹਦੇ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਕਿਤੇ ਮੇਰਾ ਬਣ ਜਾ, ਦੁਨੀਆ ਤੇਰੀ ਹੋ ਜਾਏਗੀ। ਜਿਸ ਗੁਰੂ ਕੇ ਲਾਲ ਨੂੰ ਚੇਤੇ ਕਰਨੇ, ਗੁਰਮੁਖੋ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ, ਉਹ ਗੁਰੂ ਦਾ ਬਣਿਆ। ਅੱਜ ਆਪਾਂ ਗੁਰੂ ਕੇ ਲਾਲ ਨੂੰ ਚੇਤੇ ਕਰ ਰਹੇ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੀ ਅੰਮੀ ਦੇ ਸਮੇਤ, ਆਪਣੇ ਮਾਮਾ ਜੀ ਦੇ ਸਮੇਤ ਪੰਜਾਬ ਪਹੁੰਚੇ। ਸਰਦਾਰ ਕਪੂਰ ਸਿੰਘ ਉਸ ਮੌਕੇ ਕਰਤਾਰਪੁਰ ਸਾਹਿਬ ਸਨ। ਜਿਹੜਾ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਹੈ ਨਾ, ਉਸ ਥਾਂ ਤੇ ਸਨ। ਨਿਸ਼ਾਨ ਸਭ ਝੁਲਦਾ ਗੁਰਦੁਆਰੇ ਸਾਹਿਬ। ਇਹ ਕੇਵਲ ਤੇ ਕੇਵਲ ਪਾਈਪ ਨਾਲ ਕੱਪੜਾ ਨਹੀਂ ਲਮਕਾਇਆ। ਇਹਦੇ ਭਾਵ ਇਹ ਨੇ, ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ ਰਾਖਾ। ਨਿਸ਼ਾਨ ਸਭ ਆਵਾਜ਼ਾਂ ਮਾਰਦਾ। ਦੁਨੀਆ ਦੇ ਲੋਕੋ, ਇਹ ਕਿਸੇ ਇੱਕ ਲਈ ਨਹੀਂ। ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਬੋਧੀ ਆਵੇ, ਯਹੂਦੀ ਆਵੇ, ਜੇ ਮਨ ਕਰਕੇ ਪਰੇਸ਼ਾਨ ਹੈ, ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰਮੁਖਾ ਸ਼ਬਦ ਨਾਲ ਜੁੜ, ਤੇਰਾ ਮਨ ਜੁੜ ਜਾਏਗਾ, ਮਨ ਟਿਕਾ ਚ ਆ ਜਾਏਗਾ। ਜੇ ਤੇਰੀ ਤਨ ਕਰਕੇ ਕੋ ਲੋੜ ਹੈ ਤੇ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ। ਇਹ ਗੁਰੂ का निशान सा आवाजा मारदा है। सरदार जस्सा सिंह गए नाल, इन्हां दी माता जी नाल मामा जी नवाब कपूर सिंह ने घुट के गल वकड़ी नाल ला के कह लिया, आ मेरा हीरा पुत। ये लफ्ज नवाब कपूर सिंह ने जस्सा सिंह आहलूवालिए नूं कहण लगे, पुत्रा जिहड़ा सोना ना ਉਹਨੂੰ 12 ਵੰਨੀ ਦਾ ਬਣਨ ਵਾਸਤੇ ਕੁਠਾੜੀ ਵਿੱਚ ਪੈਣਾ ਪੈਂਦਾ ਹੈ। ਤੂੰ ਇਉਂ ਕਰ, ਘੋੜਿਆਂ ਦਾ ਵੰਡ ਵੰਡਿਆ ਕਰ,
ਬੱਚਿਆਂ ਦਾ ਸੁਭਾਅ ਜਦੋਂ ਆਪਾਂ ਗੱਲ ਕਰਦੇ ਹਾਂ ਵੇਖਦੇ ਹਾਂ, ਜਦੋਂ ਬਜ਼ੁਰਗ ਗੱਲ ਕਰਦਾ ਤੇ ਬੱਚਾ ਸਵਾਲ ਕਰਦਾ, ਬਾਪੂ ਇਹ ਕਿਉਂ? ਨਵਾਬ ਕਪੂਰ ਸਿੰਘ ਨੇ ਆਖਿਆ, ਪੁੱਤਰ ਤੂੰ ਇਹ ਦਾਣੇ ਵੰਡਣੇ, ਇਹ ਘੋੜਿਆਂ 'ਚ ਦਾਣਾ ਵੰਡਣਾ ਹੈ। ਜਥੇਦਾਰ ਜੀ ਕਿਉਂ? ਤੇ ਨਵਾਬ ਕਪੂਰ ਸਿੰਘ ਨੇ ਆਖਿਆ, ਮੈਂ ਘੋੜਿਆਂ ਦੀ ਲਿੱਦ ਚੁੱਕੀ, ਮੈਨੂੰ ਮੇਰੀ ਕੌਮ ਨੇ ਨਵਾਬ ਬਣਾਇਆ। ਪੁੱਤਰਾ ਯਾਦ ਰੱਖੀ, ਜੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਓਟ ਰੱਖੇਗਾ, ਗੁਰੂ ਗ੍ਰੰਥ ਗੁਰੂ ਪੰਥ ਤੇਰੀ ਬੋੜੀ ਕਰੇਗਾ, ਤੇਰਾ ਲੋਕ ਪਰਲੋਕ ਸਫਲਾ ਹੋ ਜਾਏਗਾ। ਜਿੱਥੇ ਕੋ ਰਹਿੰਦਾ ਹੈ ਆਟੋਮੈਟਿਕਲੀ ਉਹਦਾ ਪ੍ਰਭਾਵ ਪੈਂਦਾ। ਜਿਵੇਂ ਆਪਾਂ ਕਹਿੰਦੇ ਹਿੰਦੀ ਵਿੱਚ ਹੋਰ ਤਰ੍ਹਾਂ ਬੋਲਦੇ ਹਾਂ, ਪੰਜਾਬੀ ਵਿੱਚ ਹੋਰ ਬੋਲਦੇ ਹਾਂ। ਪੰਥ ਪ੍ਰਕਾਸ਼ ਪੜੋ, ਸਿੰਘਾਂ ਨੇ ਭਾਈ ਜੱਸਾ ਸਿੰਘ ਆਹਲੂਵਾਲੀਏ ਦਾ ਨਾਮ ਹਮਕੋ ਤੁਮਕੋ ਪਾ ਦਿੱਤਾ। ਇਹ ਪੰਥ ਪ੍ਰਕਾਸ਼ ਵੀ ਲਿਖਿਆ ਜੇ ਗਿਆਨੀ ਗਿਆਨ ਸਿੰਘ ਨੇ। ਆਓ ਹਮਕੋ ਜੀ ਕੀ ਹਾਲ ਹੈ, ਆਓ ਤੁਮਕੋ ਜੀ ਕੀ ਹਾਲ ਹੈ। ਤੇ ਜੱਸਾ ਸਿੰਘ ਆਹਲੂਵਾਲੀਏ ਦਾ ਮਨ ਭਰਿਆ, ਕਹਿਣ ਲੱਗਾ, ਜਥੇਦਾਰ ਜੀ ਮੈਨੂੰ ਕੀ ਕਹਿੰਦੇ ਨੇ? ਸਰਦਾਰ ਨਵਾਬ ਕਪੂਰ ਸਿੰਘ ਹੱਸ ਕੇ ਕਹਿਣ ਲੱਗਾ, ਇਹ ਲਾਡ ਕਰਦੇ ਨੇ, ਲਾਡ। ਯਾਦ ਰੱਖੀ, ਇਹਨਾਂ ਦੀ ਖੁਸ਼ੀ ਗੁਰੂ ਦੀ ਖੁਸ਼ੀ ਹੈ। ਕਿਉਂਕਿ ਆਪਾਂ ਪੜ੍ਹਦੇ ਹਾਂ ਗੁਰੂ ਗੁਰਸਿੱਖਾਂ ਵਿੱਚ ਵਰਤਦਾ ਹੈ। ਜਿਹੜਾ ਗੁਰੂ ਹੈ ਨਾ, ਉਹ ਗੁਰੂ ਕੀ ਸਿੱਖਾਂ ਵਿੱਚ ਵਰਤਦਾ। ਆਪਾਂ ਗੁਰਬਾਣੀ ਵਿੱਚ ਹੀ ਪੜ੍ਹਦੇ ਹਾਂ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਵਿੱਚ ਸੰਗਤ ਹਰ ਪ੍ਰਵਸੇ ਜੀਓ। ਯਾਦ ਰੱਖੀ, ਜਿਸ ਕੌਮ ਨੇ ਮੈਨੂੰ ਨਵਾਬ ਬਣਾਇਆ, ਤੈਨੂੰ ਸੁਲਤਾਨ ਬਣਾਏਗੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਨਵਾਬ ਕਪੂਰ ਸਿੰਘ ਨੇ ਆਪਣਾ ਮਤਵਾਨਾ ਬਣਾ ਲਿਆ। ਸਮਾਂ ਆਪਣੀ ਚਾਲ ਚੱਲਿਆ। ਨਵਾਬ ਕਪੂਰ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ। ਕੈਰਾਂ ਦੀ ਸੰਗਤ ਕਰੀਏ ਤੇ ਬੰਦਾ ਕੈਰ ਹੋ ਜਾਂਦਾ, ਮਰਦਾਂ ਦੀ ਸੰਗਤ ਕਰੀਏ ਤੇ ਮਰਦ ਬਣ ਜਾਂਦਾ। ਮੁਰਦਾ ਤੇ ਮਰਦ ਦੇ ਤਿੰਨੇ ਅੱਖਰ ਇੱਕੋ ਹਨ, ਮੁਰਦਾ ਤੇ ਮਰਦ। ਜਿਹਦੇ ਪੱਲੇ ਕੱਖ ਨਹੀਂ, ਜਿਹਦੇ ਪੱਲੇ ਗੁਣ ਨਹੀਂ, ਉਹ ਜਿਉਂਦਾ ਵੀ ਮੁਰਦਾ। ਤੇ ਜਿਹਦੇ ਅੰਦਰ ਨਾਮ ਹੈ, ਜਿਹਦੇ ਅੰਦਰ ਸੇਵਾ ਤੇ ਸਿਮਰਨ, ਉਹ ਮਰਦ ਹੈ। ਇਸ ਤਰ੍ਹਾਂ ਗੁਰਮੁਖੋ ਨਿਰੰਤਰ ਸੇਵਾ ਕੀਤੀ। ਜਦੋਂ ਦਲ ਬਣੇ, ਸਰਦਾਰ ਜੀ ਨੂੰ ਇਹ ਸਨਮਾਨ ਮਿਲਿਆ। ਇਹਨਾਂ ਨੇ ਵੈਰੋਵਾਲ ਤੇ ਨੂਰ ਦੀ ਸਰਾਂ ਨੂੰ ਪਹਿਲਾਂ ਸਾਰਿਆਂ ਤੋਂ ਝੜਕਾ ਦਿੱਤਾ। ਹੁਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਂਤ, ਕਮੰਗ ਇੰਸ ਕਾਸ ਦੇਰ ਸ਼ੈਡੋ ਬਿਫੋਰ। ਗੱਲ ਇੱਥੇ ਨਹੀਂ ਮੁੱਕੀ। ਜਿਹੜਾ ਗੁਰੂ ਕੇ ਸਿੱਖ ਹੈ ਨਾ, ਅਸੀਂ ਪੜ੍ਹਦੇ ਹਾਂ, ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਮਾਤ ਬਖਾਨੇ। ਇਹ ਸਿੱਖ ਦਾ ਕਰੈਕਟਰ ਹੈ, ਇਹ ਸਿੱਖ ਦਾ ਅਖਲਾਕ ਹੈ। ਇਹ ਨਹੀਂ ਵੀ ਕੱਲੀ ਸਾਡੀ ਭੈਣ ਸਾਡੀ ਭੈਣ ਹੈ, ਇਹ ਨਹੀਂ ਵੀ ਕੱਲੀ ਸਾਡੀ ਬੇਟੀ ਹੈ। ਗੈਰ ਦੀ ਬੇਟੀ ਵੀ ਸਾਡੀ ਬੇਟੀ, ਗੈਰ ਦੀ ਭੈਣ ਵੀ ਸਾਡੀ ਭੈਣ। ਇਹ ਗੱਲਾਂ ਅਸੀਂ ਕੇਵਲ ਕਾਗਜ਼ ਨਹੀਂ ਕਾਲੇ ਕੀਤੇ, ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ। ਅਹਿਮਦ ਸ਼ਾਹ ਅਬਦਾਲੀ ਜਿਹਨੇ 17 ਹਮਲੇ ਕੀਤੇ ਨੇ, 17 ਹਮਲਾ ਕੀਤਾ। ਮੇਰੇ ਹਿੰਦੁਸਤਾਨ ਦੀਆਂ 2200 ਬੀਬੀਆਂ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਉਹਨਾਂ ਦੇ ਪੰਜੇ ਚੋਂ ਛੁਡਾ ਕੇ ਉਹਨਾਂ ਦੇ ਘਰੀਂ ਪਹੁੰਚਾਇਆ। ਇਹ ਸਿੱਖ ਦਾ ਅਖਲਾਕ ਹੈ। ਜਿਹੜਾ ਅਸੀਂ ਬਾਬਾ ਜੱਸਾ ਸਿੰਘ ਨੂੰ ਯਾਦ ਕਰ ਰਹੇ ਹਾਂ ਨਾ, ਇਹ ਸਾਡੀ ਕੌਮ ਦਾ ਇੱਕ ਮਾਡਲ ਹੈ, ਮਾਡਲ ਨਮੂਨਾ। ਕਿ ਗੁਰੂ ਕਾ ਸਿੱਖ ਪਰਾਈ ਦਰਦ ਨੂੰ ਆਪਣੀ ਦਰਦ ਕਿਵੇਂ ਕਰਕੇ ਜਾਣਦਾ ਹੈ। 1 2 3 ਨਹੀਂ, 2200 ਨੌਜਵਾਨ ਸਾਡੀਆਂ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਉਹਨਾਂ ਬੁਰਸ਼ਿਆਂ ਦੇ ਗੁਲਾਮੀ ਚੋਂ ਬਚਾ ਕਰਕੇ ਉਹਨਾਂ ਦੇ ਘਰ ਪਹੁੰਚਾਇਆ। ਅਹਿਮਦ ਸ਼ਾਹ ਅਬਦੇਲੀ ਦੇ ਬੇਟੇ ਤੈਮੂਰ ਨੂੰ ਦੜਾਇਆ।
ਗੁੱਜਰਾਂ ਵਾਲੇ ਤੇ ਹਮਲਾ ਕਰਕੇ ਉਹਨਾਂ ਦੇ ਕੰਨਾਂ ਨੂੰ ਹੱਥ ਲਵਾਇਆ। ਅੱਜ ਦੇ ਜ਼ਮਾਨੇ ਦੇ ਮੁਤਾਬਕ ਆਪਾਂ ਦੂਜਿਆਂ ਨੂੰ ਆਰਡਰ ਕਰੀ ਜਾਂਦੇ ਆ। ਅੱਜ ਦਾ ਆਪਣੇ ਆਪ ਨੂੰ ਅਮੀਰ ਖਵਾਉਣ ਵਾਲਾ ਇਨਸਾਨ ਕਮਰੇ 'ਚ ਬੈਠਾ ਤੇ ਕਹਿੰਦਾ ਤੂੰ ਬਾਹਰ ਚੱਲਿਆ ਕਾਕਾ, ਦਰਵਾਜ਼ਾ ਭੀੜ ਕੇ ਜਾਈ, ਕਿਤੇ ਬਾਹਰ ਦੀ ਗਰਮੀ ਅੰਦਰ ਨਾ ਆ ਜੇ, ਏਸੀ 'ਚ ਠੰਡ ਬੜੀ ਹੈ, ਠੰਡ। ਮੈਂ ਏਸੀ ਦੇ ਕਮਰੇ 'ਚ ਬੈਠਾ ਤੇ ਕਾਕਾ ਦਰਵਾਜ਼ਾ ਭੀੜ ਜੀ, ਕਿਤੇ ਬਾਹਰ ਦੀ ਤੱਤੀ ਹਵਾ ਨਾ ਲੱਗ ਜਾਏ। ਜਿਸ ਗੁਰੂ ਕੇ ਲਾਲ ਨੂੰ ਚੇਤੇ ਕਰ ਰਿਹਾ ਨਾ, ਮੈਂ ਬੇਨਤੀ ਕੀਤੀ ਕਿ ਇਹਨਾਂ ਨੇ ਅਖਾੜ ਦੇ ਵਿੱਚ ਉਹਨਾਂ ਬੀਬੀਆਂ ਨੂੰ ਉਸ ਪਾਪੀ ਦੇ ਪੰਜੇ ਚੋਂ ਬਚਾਇਆ। ਇਹਨੇ ਹਮਲਾ ਕੀਤਾ ਕੋਪਰੀੜੇ ਦੇ ਮੈਦਾਨ ਵਿੱਚ 5 ਫਰਵਰੀ 1762 ਨੂੰ। ਮੇਰੀ ਕੌਮ ਦੇ ਕਈ ਥਾਵਾਂ ਤੇ 20,000 ਲਿਖਿਆ, ਕਈ ਥਾਵਾਂ ਤੇ 30,000 ਲਿਖਿਆ। ਮਾਈ ਭਾਈ ਉਸ ਪਾਪੀ ਦੀ ਤਲਵਾਰ ਦਾ ਸ਼ਿਕਾਰ ਹੋ ਗਏ, ਜਿਹਨੂੰ ਅਸੀਂ ਵੱਡਾ ਘਲੂਕਾਰਾ ਕਹਿੰਦੇ ਆ। ਮੈਂ ਬੇਨਤੀ ਕੀਤੀ ਕਿ ਆਪਾਂ ਦੂਜਿਆਂ ਨੂੰ ਇਸ਼ਾਰਾ ਕਰਕੇ ਚੜ ਜਾ ਫਾਂਸੀ ਤੇ ਰਾਮ ਭਲਾ ਕਰੇਗਾ, ਚੱਲਦਾ ਨਾ ਫਾਰਮੂਲਾ, ਪਰ ਸਾਡੇ ਕੌਮ ਦੇ ਜਰਨੇਲਾਂ ਵਿੱਚ ਇਹ ਪੱਖ ਨਹੀਂ ਸੀ। ਉਸ ਹਮਲੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਗੁਰਮੁਖ ਪਿਆਰੂ 22 ਜ਼ਖਮ ਹੋਏ ਨੇ, 22 ਫੱਟ ਲੱਗੇ ਨੇ। ਸਾਡੀ ਤਾਂ ਕਿਤੇ ਪੈਰ ਦੀ ਉਂਗਲ ਨੂੰ ਜ਼ਖਮ ਹੋ ਜਾਏ ਨਾ ਤੇ ਆਪਾਂ 3-3 ਮਹੀਨੇ ਬੈੱਡ ਤੋਂ ਥੱਲੇ ਨਹੀਂ ਉਤਰਦੇ। ਮੇਰੇ ਪੈਰ ਨੂੰ ਡੋਲ ਪੈਂਦੀ ਹੈ, ਡੋਲ, ਪਤਾ ਨਹੀਂ ਡੋਲ ਕੀ ਹੁੰਦੀ ਹੈ। 22 ਫੱਟ ਲੱਗੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ, ਪਰ ਮਨ ਚੜ੍ਹਦੀ ਕਲਾ ਵਿੱਚ ਹੈ। ਜਿਵੇਂ ਗੁਰੂ ਕੇ ਰਾਗੀ ਸਿੰਘ ਹੁਣੇ ਸ਼ਬਦ ਪੜ੍ਹ ਕੇ ਗਏ ਨੇ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਜ਼ਬਾਨ ਤੇ ਇੱਕ ਸ਼ਬਦ ਹੈ, ਦੇ ਸ਼ਿਵਾ ਬਰ ਮੋਹੇ ਇਹ ਹੈ, शुभ कर्मन ते कबहू ना डरूं, ना डरूं अरस्यों जब जाए लरूं, नेचे कर अपनी जीत करूं, और सिख हो अपने ही मन कहो, ए लाल चहां गुण तो उचरों, जब आव कियो निधान बने, आत ही रण में तजू बरूं। आपां गुरु के सिखा ने, गुरु पंथ ने फतेह दिवस मनाया। उस मौके सरदार जस्सा सिंह रामगढ़िया, मैं एक नहीं दो नहीं, जो अपने बजुर्गों का इतिहास पढ़ीदा ना, जिथे आप बाबा जस्सा सिंह आहलूवालीए नूं चेते कर रहे हैं, बाबा जस्सा सिंह रामगढ़िए ते बाबा बघेल सिंह नूं चेते करीदा, आटोमैटिकली सिर उन्हां दे चरण विच झुक जांदा है। उन्हां गुरु घीरियां ने 13 मार्च 83 ਦੇ ਵਿੱਚ ਇਸ ਲਾਲ ਕਿਲੇ ਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕੇਸਰੀ ਨਿਸ਼ਾਨ ਸਭ ਝੁਲਾਇਆ। ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ। ਗੁਰਬਚਨ ਸਿੰਘ ਤਾਲਬ ਨੇ ਅੰਗਰੇਜ਼ੀ ਵਿੱਚ ਇਤਿਹਾਸ ਲਿਖਿਆ, ਅੰਗਰੇਜ਼ੀ ਵਿੱਚ ਇਹਨਾਂ ਮਿਸਲਾਂ ਦਾ 12 ਮਿਸਲਾਂ ਦਾ। ਉਹ ਇਤਿਹਾਸ ਦਾ ਮੁਤਾਲਿਆ ਕਰੋ। ਮੈਨੂੰ ਇਹਦੇ ਵਿੱਚੋਂ ਇੱਕ ਖਾਸ ਪੁਆਇੰਟ ਮਿਲਿਆ, ਜਦੋਂ ਇਹਨਾਂ ਗੁਰੂ ਘੇਰਿਆਂ ਨੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹ ਤਖਤ ਤੇ ਬੈਠ ਗਿਆ। ਹੋ ਸਕਦਾ ਕਿਸੇ ਨੂੰ ਗੱਲ ਮੇਰੀ ਚੰਗੀ ਨਾ ਲੱਗੇ, ਪਰ ਮੈਂ ਪੜ੍ਹਿਆ, ਮੈਨੂੰ ਚੰਗੀ ਲੱਗੀ, ਮੈਂ ਤਾਂ ਕਹਿਣ ਲੱਗਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਦੋਂ ਤਖਤ ਤੇ ਬੈਠਾ ਨਾ, ਤੇ ਕੁਝ ਗੁਰੂ ਕੇ ਸਿੰਘਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ, ਜਿਨ੍ਹਾਂ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਸੀ। ਕਹਿਣ ਲੱਗੇ, ਨਾ ਭਾਈ, ਆਪਣੇ ਗੁਰੂ ਨੇ ਸਾਨੂੰ ਆਖਿਆ, ਰਹਿਤ ਸਹਿਜੇ ਪਾਂਚੂ ਮਿਲੇ ਮਮ ਸਰੂਪ ਦੇ ਜਾਨੂ ਭਲੇ, ਕੱਲੇ ਦਾ ਤਖਤ ਤੇ ਬਹਿਣ ਦਾ ਹੱਕ ਨਹੀਂ। ਇਹ ਤੂੰ ਗੁਸਤਾਖੀ ਕੀਤੀ ਹੈ। ਮੈਂ ਨਮਸਕਾਰ ਕਰਦਾ ਗੁਰੂ ਕੇ ਲਾਲ ਨੂੰ। ਸਾਡੇ ਕੋਲ ਮਾੜੀ ਜੀ ਤਾਕਤ ਆ ਜੇ ਤੇ ਆਪਾਂ ਫੁਕਾਰੇ ਮਾਰ ਲੱਗ ਪੈਂਦੇ ਆ। ਸਾਨੂੰ ਕੋਈ ਮਾੜਾ ਬੰਦਾ ਫਤਿਹ ਬੁਲਾਵੇ ਤੇ ਆਪਾਂ ਉਹਨੂੰ ਹੰਗਾਰਾ ਨਹੀਂ ਭਰਦੇ। ਸਦਕੇ ਜਾਵਾਂ ਜੱਸਾ ਸਿੰਘ ਆਹਲੂਵਾਲੀਆ, ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਏ ਤੇ ਕੁਝ ਸਿੰਘਾਂ ਨੇ ਆਖਿਆ ਤੂੰ ਚੰਗਾ ਨਹੀਂ ਕੀਤਾ, ਕਹਿਣ ਲੱਗਾ, ਭਰਾਓ ਮੈਂ ਭੁੱਲਣ ਹਾਰਜੂ ਹੋਇਆ। ਇਹ ਗੱਲ ਕਿੰਨੀ ਟਾਲਰੇਸ਼ਨ ਪਾਵਰ ਹੈ।
किन्नी निमरता है। ये नहीं आख्या तुसीं कौन हो मैनूं कहण वाले। कहण लगा मैं भुल्लण आरजू होया ते जस्सा सिंह रामगढ़ीए ने घुट के गल वकड़ी पा ली और वो तख्त सरदार जस्सा सिंह रामगढ़ीआ अमृतसर साहब लै गया। जदों तुसीं हरमंदर साहिब मत्था टेकण जांदे हो ते बुंगा रामगढ़ीआ भी तुसीं उस तख्त के दर्शन कर सकते हो। साडे वडेरिਆਂ 'ਚ किन्नी ताकत दिल्ली का तख्त ही चुक के लै गए। समा अपनी चाल चलिया, केवल 1 मिनट बाकी है। जदों जिहड़ी हरमंदर साहिब की मौजूदा इमारत है अहमद शाह अब्दाली ने गुरमुखों थले कुप्पियां रख के ते पंचम पातशाह महाराज ने कई विद्वानों के मुताबक पंथ प्रकाश के मुताबक साईं मियाँ मीर ने नहीं रखी, लेकिन संप्रदावां के मुताबक यदी नींव गुरु पंचम पातशाह ने अपने कर कमलों न रखी। जदों दोबारा अहमद शाह अब्दाली ने कुप्पियां रख के हरमंदर साहिब की पावन पवित्र इमारत की मुरम्मती की और जिथे मंजी साहब उत्थे नमाज पढ़ लिया सी, उहदे नक ते इट वजी और उस इट के नसूर के नाल अहमद शाह अब्दाली की मौत हुई। इस हरमंदर साहब की सेवा वास्ते गुरु पंथ इकट्ठा होया, चादरा विछाया। भाई विशेष किसी नूं पीर नहीं, यथा शक्त अपनी शरधा के मुताबिक जिन्ना किसी तो सरदा पुजदा वो गुरु के इस पावन पवित्र स्थान की सेवा लिए भेंट करे। मैं पढ़ के हैरान हो गया। गुरमुखों इन्नी अपील करन ते 7 लाख रुपया उस चिट्टी चादर ते कौम ने रखिया, जिहदे विच कल्ला 4 लाख रुपया सरदार जस्सा सिंह आलूवाड़ी ने सेवा की। कुल टोटल पैसे 7 लाख, सारी कौम ने 3 लाख दिता, सरदार जस्सा सिंह आलूवाड़िए कल्ले ने 4 लाख दिता। ते कुछ सिंघां ने आख्या जस्सा सिंह धक्का ना कर, तू साडा भरा है। बाकी जिथे इन्नियां ने सेवा की तू कल्ले ने 4 लाख। इहदा मन भर गया, बुल फरके कहने लगा भराओ अपने भरा अपने नाल वाधा नहीं करते। मैं कौन हाँ देण जोगा। मैनू समा चेते है जदों मेरी मां यतीम बच्चे नूं लैके माता सुंदर कौर को लैके गई। मेरे कोल 4 दमड़े नहीं सन, ये गुरु रामदास पातशाह ने दिते ने। ते मैं पातशाह दे अगे बेनती करांगा, मेरा मुझ में किश नहीं, जो किश है सो तेरा, तेरा तुझको सौंप दे। क्या लागे मेरा अज 5100 रुपया देने ते प्रबंध जकारे छड़ते ने, फलाने ने 5100 दिता है, फलाने ने 11,000 दिता है। ये सी उन्हां गुरु के सिखां दा जीवन। और जिहड़ी दरबार साहब की मौजूदा इमारत है, इहदा नींह पत्थर सरदार जस्सा सिंह आलूवाड़िए ने 5 सिंघां में शामिल हो करके इहदा नींह पत्थर रखिया। और उस गुरु के लाल ने इस तरह जिहड़ा कपूरथला जिला उन्होंने अपनी राजधानी बनाया, सरदार कपूर सिंह के नाम नूं चेते करदियां। और 20 अक्तूबर इस तरह 1782 दे विच वो गुरु का लाल धन गुरु रामदास पातशाह महाराज की पावन नगरी बाबा अटाला दे कोल सचखंड प्याना कर गया। जदों सिंह सभा लहर ने ਜਿਹੜੀਆਂ पुरानियां यादां ते समाधां सन उन्होंने ढाया, लेकिन जस्सा सिंह आलूवाड़िए की याद नूं ढाया नहीं। कहते भाई इस याद नूं वेख करके गुरु के सिख आने वाले समय में इहदे तों प्रेरणा लिया करनगे। मैं धन्नवाद करदा श्रोमणी कमेटी का, धन्नवाद करदा दिल्ली गुरुद्वारा प्रबंधक कमेटी का, समुचे पंथ का, जिन्हां ने उस कौमी हीरे नूं चेते करके सानू सचेत किया भी गुरमुखो अपने मूल नाल जुड़ो। ते मूल नाल तां जुड़ांगे आपां जिन्हां पंक्तियां दे धारनी होवांगे। अमृत पीवो सदा चिर जीवो, हर सिमरत अनंता, रंग तमाशा पूर्ण आसा,
ਕਦੇ ਨਾ ਵਿਆਪੇ ਚਿੰਤਾ। ਸਾਡੇ ਗੁਰੂ ਨੇ ਸਾਨੂੰ ਇੱਕ ਵਿਸ਼ੇਸ਼ ਮੈਸੇਜ ਦਿੱਤਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਕਟਰੀ ਬਿਲੋਂਗਸ ਟੂ ਗੋਡ ਐਂਡ ਖਾਲਸਾ ਬਿਲੋਂਗਸ ਟੂ ਗੋਡ। ਜੇ ਵਾਹਿਗੁਰੂ ਨਾਲ ਜੁੜਿਆ ਰਹੇਗਾ ਤੇਰੀ ਜਿੱਤ ਹੀ ਜਿੱਤ ਹੈ। ਜੇ ਬੰਦੇ ਦੇ ਗੋਡਿਆਂ ਨਾਲ ਪੈ ਗਿਓ ਗੱਲ ਬਣਨੀ ਨਹੀਂ। ਮੈਂ ਉਸ ਗੁਰੂ ਕੇ ਲਾਲ ਦੇ ਜਨਮ ਦਿਹਾੜੇ ਦੇ ਉੱਪਰ ਆਪਣੀ ਸਮੁੱਚੀ ਕੌਮ ਨੂੰ ਉਸ ਗੁਰੂ ਕੇ ਲਾਲ ਨੂੰ ਦੀ ਜਨਮ ਦਿਹਾੜੇ ਦੀ ਜਿੱਥੇ ਵਧਾਈ ਦੇਣਾ, ਉੱਥੇ ਬੇਨਤੀ ਕਰਦਾ, ਭਾਈ ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ। ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਆਪਾਂ ਬੰਦਿਆਂ ਦੇ ਬੰਦੇ ਨਾ ਬਣੀਏ। ਜਿਸ ਗੁਰੂ ਰਾਮਦਾਸ ਦੇ ਦਰ ਤੋਂ ਮੈਂ ਆਇਆ, ਉਹਨਾਂ ਦਾ ਪੈਗਾਮ ਹੈ, ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪਰ ਤਖ ਗੁਰੂ ਨਸਤਾਰੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, 8ਵੇਂ ਪਾਤਸ਼ਾਹ ਮਹਾਰਾਜ ਦਾ ਧੰਨਵਾਦ। ਮੇਰੇ ਬਾਲਕਾ, ਤੂੰ ਗੁੰਗਿਆਂ ਤੋਂ ਅਰਥ ਕਰਾਏ, ਗੁੰਗਿਆਂ ਤੋਂ ਬੜੀ ਕਿਰਪਾ ਕੀਤੀ, ਕਰਮ ਕੀਤਾ ਈ। ਆਪਣੀ ਗੋਦੀ ਵਿੱਚ ਬਿਠਾ ਕਰਕੇ ਕੁਝ ਕਹਿਣ ਦਾ ਤੂੰ ਬਲ ਬਖਸ਼ਿਆ। ਮਿਹਰ ਕਰੀ, ਇੱਥੇ ਤੇ ਉੱਥੇ ਪੱਤ ਰੱਖੀ। ਇਹ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਹੈ। ਦੁਬਾਰਾ ਗੁਰੂ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵੱਡਿਆਂ ਦੀਆਂ ਵਡਿਆਈਆਂ ਗੁਰਮੁਖ ਅਧੂਰਿਆਂ ਤੋਂ ਕਹੀਆਂ ਨਹੀਂ ਜਾਂਦੀਆਂ। ਆਪਣੇ ਵੱਲੋਂ ਬੜਾ ਕੁਝ ਕਹਿਣ ਦਾ ਯਤਨ ਕੀਤਾ ਹੈ, ਪਰ ਮਨੁੱਖ ਭੁੱਲਣਹਾਰ ਹੈ। ਜੇ ਕੋਈ ਲਫ਼ਜ਼ ਕਹਿੰਦਿਆਂ ਕਿਸੇ ਪ੍ਰਕਾਰ ਦਾ ਵਾਧਾ ਘਾਟਾ ਕਿਹਾ ਗਿਆ ਹੋਵੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰੂ ਪੰਥ ਮੈਨੂੰ ਮਾਫ ਕਰੇ, ਆਇੰਦਾ ਤੋਂ ਗਲਤੀ ਨਾ ਹੋਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।